ਬੇਅਦਬੀ ਦੇ ਵਿੱਚ ਜਿਹੜਾ ਸਰਸੇ ਵਾਲਾ ਸਾਧ ਹੈ ਰਾਮ ਰਹੀਮ, ਉਸ ਨੇ ਇਹ ਸਾਰਾ ਕੁਝ ਸਟਾਰਟ ਕੀਤਾ ਹੈ। ਸਾਡੇ ਸਿੱਖਾਂ ਦੇ ਲਈ ਧਾਰਮਿਕ ਆਜ਼ਾਦੀ ਹੈ ਨਹੀਂ ਤੇ ਅਸੀਂ ਬਿਲਕੁਲ ਹਿੰਦੂਤਵਾ RSS ਦੇ ਥੱਲੇ ਲੱਗ ਕੇ ਆਪਣੀ ਧਾਰਮਿਕ ਆਜ਼ਾਦੀ ਨੂੰ ਖਤਮ ਆਪ ਵੀ ਕੀਤਾ, ਕਿਉਂ ਕਰਕੇ ਕੋਈ ਵੀ ਨਹੀਂ ਬੋਲ ਰਿਹਾ। ਅਸੀਂ ਬਾਰਡਰ ਖੋਲ੍ਹ ਦੇਣਾ ਚਾਹੁੰਦੇ ਹਾਂ, ਜਿਹਦੇ ਨਾਲ ਸਾਡੇ ਕਸ਼ਮੀਰ ਦਾ ਵੀ ਫਾਇਦਾ ਹੋਊਗਾ, ਹਿਮਾਚਲ ਦਾ ਵੀ ਫਾਇਦਾ ਹੋਊਗਾ, ਹਰਿਆਣੇ ਦਾ ਵੀ ਹੋਊਗਾ ਤੇ ਪੰਜਾਬ ਦਾ ਵੀ ਹੋਊਗਾ। ਅਜੀਤ ਵੈਬ ਟੀਵੀ ਦੇ ਪਿਆਰੇ ਦਰਸ਼ਕੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਜੀਤ ਉਪ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹੁੰਚੇ ਹਨ, ਜਿਨ੍ਹਾਂ ਨਾਲ ਅਸੀਂ ਵੱਖ-ਵੱਖ ਪੰਥਕ ਅਤੇ ਸਮਾਜਿਕ ਮਸਲਿਆਂ ਸੰਬੰਧੀ ਜਾਣਕਾਰੀ ਸਾਂਝੀ ਕਰਾਂਗੇ, ਗੱਲਬਾਤ ਕਰਾਂਗੇ ਉਹਨਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਢਿੱਲੋਂ ਸਾਹਿਬ ਮਾਨ ਸਾਹਿਬ, ਬਰਗਾੜੀ ਵਿਖੇ ਜੋ ਬੇਅਦਬੀ ਸੰਬੰਧੀ ਇਨਸਾਫ ਲੈਣ ਲਈ ਤੁਸੀਂ ਇਕੱਠ ਰੱਖਿਆ ਹੈ, ਇਹਦੇ ਸੰਬੰਧੀ ਕੱਲ੍ਹ ਦੇ ਇਕੱਠ ਬਾਰੇ ਜਾਣਕਾਰੀ ਦਿਓ। ਢਿੱਲੋਂ ਸਾਹਿਬ, ਜਿਹੜਾ ਬਰਗਾੜੀ ਦਾ ਇਕੱਠ ਹੈ ਇਹ ਸਾਡੀ ਕੌਮ ਦੇ ਲਈ ਬਹੁਤ ਜ਼ਰੂਰੀ ਹੈ, ਕਿਉਂ ਕਰਕੇ 6 ਸਾਲ ਹੋ ਗਏ ਹੈ ਜਦੋਂ ਬਰਗਾੜੀ ਵਿਖੇ ਨਾਲ ਦੇ ਪਿੰਡਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਸੀਗੀ। 2 ਨੌਜਵਾਨ ਸ਼ਹੀਦ ਕਰ ਦਿੱਤੇ ਸੀਗੇ। ਕੋਟਕਪੂਰੇ ਵਿਖੇ ਸਿੱਖਾਂ ਦੇ ਉੱਤੇ ਉਹਨਾਂ ਦੇ ਵਿੱਚ ਮਹਾਂਪੁਰਖ ਵੀ ਸੀਗੇ, ਅੰਨੇ ਧੁੰਦ ਗੋਲੀ ਚਲਵਾਤੀ ਸੀ। ਅਤੇ ਹੁਣ ਪਤਾ ਲੱਗਿਆ ਤਫਤੀਸ਼ ਤੋਂ ਕਿ ਇਹ ਚੀਫ ਮਿਨਿਸਟਰ ਉਸ ਵੇਲੇ ਦੇ ਬਾਦਲ ਸਾਹਿਬ ਸੀ ਅਤੇ ਗ੍ਰਹਿ ਵਜ਼ੀਰ ਸੁਖਬੀਰ ਸਿੰਘ ਸੀਗੇ ਔਰ ਸੈਣੀ DGP ਸੀਗੇ। ਇਹਨਾਂ ਦੇ ਨਾਂ ਆਉਂਦੇ ਹੈ ਬੇਅਦਬੀ ਦੇ ਵਿੱਚ। ਜਿਹੜਾ ਸਰਸੇ ਵਾਲਾ ਸਾਧ ਹੈ ਰਾਮ ਰਹੀਮ, ਉਸ ਨੇ ਇਹ ਸਾਰਾ ਕੁਝ ਸਟਾਰਟ ਕੀਤਾ ਅਤੇ ਨਾਲ ਮੌੜ ਦੇ ਵਿੱਚ ਵੀ ਬੰਬ ਬਲਾਸਟ ਬੜਾ ਤਕੜਾ ਸਰਸੇ ਵਾਲਿਆਂ ਨੇ ਕਰਾਇਆ। ਪਰ ਕਿਉਂ ਕਰਕੇ ਇਹਨਾਂ ਪਾਰਟੀਆਂ ਨੂੰ ਵੋਟਾਂ ਦੀ ਲੋੜ ਪੈਂਦੀ ਹੈ, ਸੋ ਇਸ ਕਰਕੇ ਇਸ ਨੂੰ ਹੱਥ ਨਹੀਂ ਪਾਉਂਦੇ। ਜੇ ਹੱਥ ਰਾਮ ਰਹੀਮ ਨੂੰ ਪਾਇਆ, ਉਹ ਉਸ ਵੇਲੇ ਦੇ ਐਕਟਿੰਗ ਚੀਫ ਜਸਟਿਸ ਸਾਰੋਂ ਸਾਹਿਬ ਨੇ ਪਾਇਆ। ਜੇ ਉਹ ਚੀਫ ਜਸਟਿਸ ਨਾ ਹੁੰਦੇ ਤਾਂ ਰਾਮ ਰਹੀਮ ਨੂੰ ਸਜ਼ਾ ਉਮਰ ਦੀ ਨਹੀਂ ਸੀ ਹੋ ਸਕਦੀ। ਅਤੇ ਕਹਿਣ ਦਾ ਮਤਲਬ ਹੈ ਕਿ ਇਹਨਾਂ ਨੇ ਆਪਣੇ ਸਿਆਸੀ ਮਫਾਦ ਉੱਤੇ ਰੱਖੇ ਹੈ ਅਤੇ ਧਰਮ ਨੂੰ ਨੀਚੇ ਰੱਖਿਆ। ਇਸ ਕਰਕੇ ਇਹਦਾ ਫੈਸਲਾ ਨਹੀਂ ਹੋ ਰਿਹਾ, ਜਦ ਕਿ ਇਹ ਬਹੁਤ ਆਸਾਨੀ ਦੇ ਨਾਲ ਹੋ ਸਕਦਾ ਹੈ। ਦੂਸਰੀ ਚੀਜ਼ ਹੈ ਕਿ ਤੁਸੀਂ ਕਹੋਗੇ ਮਾਣਹਾਨੀ ਕਰ ਰਿਹਾ ਮੈਂ, ਪਰ ਮਾਣਹਾਨੀ ਹੁੰਦੀ ਹੈ ਉਦੋਂ ਜਦੋਂ ਆਪਾਂ ਝੂਠ ਬੋਲੀਏ। ਪਹਿਲਾ ਜਿਹੜਾ ਹਾਈ ਕੋਰਟ ਦਾ ਜੱਜ ਸੀਗਾ ਜਿਹਨੇ ਫੈਸਲਾ ਕੀਤਾ ਕਿ SIT ਦੀ ਤਫਤੀਸ਼ ਰੱਦ ਕਰਤੀ, ਉਹ ਪਹਿਲਾਂ ਚਟੈਲਾ ਸਾਹਿਬ ਜਦੋਂ ਚੀਫ ਮਿਨਿਸਟਰ ਸੀਗੇ, ਉਹਨਾਂ ਦੇ ਐਡਵੋਕੇਟ ਜਨਰਲ ਦੇ ਦਫ਼ਤਰ 'ਚੋਂ ਵਕੀਲ ਸੀਗੇ ਅਤੇ ਚਟਾਲਾ ਸਾਹਿਬ ਦੇ ਅਤੇ ਬਾਦਲ ਸਾਹਿਬ ਦੇ ਸੰਬੰਧ ਚੰਗੇ ਹੋਣ ਕਾਰਨ ਉਸੇ ਜੱਜ ਨੇ ਇਹੋ ਜਿਹਾ ਫੈਸਲਾ ਕੀਤਾ। ਜਦ ਕਿ ਜੱਜ ਇਹੋ ਜਿਹਾ ਫੈਸਲਾ ਕਰ ਨਹੀਂ ਸਕਦੇ ਜਿੰਨਾ ਚਿਰ ਤਫਤੀਸ਼ ਖਤਮ ਨਹੀਂ ਹੁੰਦੀ ਅਤੇ ਚਲਾਨ ਅਦਾਲਤ ਦੇ ਵਿੱਚ ਨਹੀਂ ਜਾਂਦਾ। ਜਦੋਂ ਚਲਾਨ ਅਦਾਲਤ ਦੇ ਵਿੱਚ ਚਲਿਆ ਜਾਏ, ਉਸ ਤੋਂ ਬਾਅਦ ਜੱਜ ਜੋ ਮਰਜ਼ੀ ਹੈ ਕਰ ਸਕਦਾ ਹੈ। ਪਰ ਵਿੱਚ ਵਿਚਾਲੇ ਜਿਹੜੀ ਉਹਨਾਂ ਨੇ ਦਖਲਅੰਦਾਜ਼ੀ ਦੇ ਕੇ ਅਤੇ SIT ਨੂੰ ਰੱਦ ਕਰਤਾ ਹੈ, ਇਹ ਬਹੁਤ ਸ਼ਰਮਿੰਦਗੀ ਦੀ ਗੱਲ ਹੈ। ਫਿਰ 4-5 ਦਿਨ ਪਹਿਲਾਂ ਇੱਕ ਹੋਰ ਹਾਈ ਕੋਰਟ ਦੇ ਜੱਜ ਨੇ ਰੂਲਿੰਗ ਦਿੱਤੀ ਹੈ ਕਿ ਸੈਣੀ, ਜਿਸ ਨੇ ਸੈਂਕੜੇ ਸਿੱਖ ਬਹੁਤ ਟੌਰਚਰ ਕਰਕੇ, ਬਹੁਤ ਤਸੀਹੇ ਦੇ ਕੇ ਮਾਰੇ ਹੈ,
ਉਸ ਨੂੰ ਅਮੋਲਤ ਦੇਤੀ ਹੈ ਕਿ ਜਿਸਨੇ ਇਸ ਨੂੰ ਗ੍ਰਿਫਤਾਰ ਕਰਨਾ ਹੈ 7 ਦਿਨ ਦੀ ਅਮੋਲਤ ਉਸ ਨੂੰ ਦਿੱਤੀ ਜਾਵੇ। ਇਹੋ ਜਿਹੇ ਖੂਨੀ ਆਦਮੀ ਨੂੰ ਇਹ ਅਮੋਲਤ ਦੇ ਦੇਣੀ, ਇਹ ਮੈਂ ਸਮਝਦਾ ਗੈਰ ਮਨੁੱਖੀ ਕੰਮ ਹੈ। ਅਤੇ ਇਹ ਵੀ ਜਿਹੜਾ ਅੱਜ ਕੱਲ੍ਹ ਹਿੰਦੂਤਵਾ ਦਾ ਰਾਜ ਚੱਲ ਰਿਹਾ ਹੈ, ਉਸ ਦੀ ਵਜ੍ਹਾ ਦੇ ਨਾਲ ਸਾਨੂੰ ਜਸਟਿਸ ਨਹੀਂ ਮਿਲ ਰਹੀ। ਔਰ ਸਾਡੇ ਜਿਹੜੀ ਧਰਮ ਦੀ ਆਜ਼ਾਦੀ ਹੈ ਉਹ ਸਿੱਖਾਂ ਦੇ ਲਈ ਇੰਡੀਆ 'ਚ ਖਤਮ ਹੋ ਚੁੱਕੀ ਹੈ। ਤੁਸੀਂ ਯਾਦ ਕਰੋ, ਪਰਸੋਂ ਚੌਥੇ ਪਾਕਿਸਤਾਨ ਦੇ ਵਿੱਚ ਗਣੇਸ਼ ਜੀ ਦੇ ਮੰਦਿਰ ਦੇ ਉੱਤੇ ਅਟੈਕ ਕੀਤਾ ਮੁਸਲਮਾਨਾਂ ਨੇ, ਜੋ ਮੈਂ ਸਮਝਦਾ ਨਹੀਂ ਕਰਨਾ ਚਾਹੀਦਾ, ਮੈਂ ਖੰਡਨ ਕਰਦਾ। ਪਰ ਪਰਸੋਂ ਹੀ ਇੰਡੀਆ ਦੇ ਫੋਰਨ ਆਫਿਸ ਦੇ ਵਿੱਚ, ਵਿਦੇਸ਼ੀ ਜਿਹੜਾ ਦਫ਼ਤਰ ਹੈ ਦਿੱਲੀ ਦੇ ਵਿੱਚ, ਉੱਥੇ ਫੋਰਨ ਸੈਕਟਰੀ ਨੇ ਪਾਕਿਸਤਾਨ ਦਾ ਚੀਫ ਹਾਈ ਕਮਿਸ਼ਨਰ ਸੱਦਿਆ ਕਿ ਤੂੰ ਜਵਾਬ ਦੇ ਕਿ ਤੇਰੇ ਮੁਲਕ ਦੇ ਵਿੱਚ ਗਣੇਸ਼ ਜੀ ਦੇ ਖਿਲਾਫ ਇਸ ਤਰ੍ਹਾਂ ਦੀ ਹੱਤਿਆ ਕਿਉਂ ਹੋਈ ਹੈ। ਉਸ ਨੇ ਇਹ ਵੀ ਕਿਹਾ ਕਿ ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਦੇ ਵਿੱਚ ਧਰਮ ਦੀ ਆਜ਼ਾਦੀ ਖਤਮ ਹੈ। ਮੈਂ ਪੁੱਛਣਾ ਚਾਹੁੰਦਾ ਇੰਡੀਆ ਦੇ ਫੋਰਨ ਆਫਿਸ ਨੂੰ, ਜੇ ਪਾਕਿਸਤਾਨ ਦੇ ਵਿੱਚ ਆਜ਼ਾਦੀ ਧਰਮ ਦੀ ਖਤਮ ਹੋ ਗਈ ਹੈ, ਇੱਥੇ ਕਿਹੜੀ ਚੜ੍ਹਦੀ ਕਲਾ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ 6 ਸਾਲ ਹੋ ਗਏ ਹੈ ਬਰਗਾੜੀ ਦੇ ਮਹਾਰਾਜ ਦੀ ਬੇਅਦਬੀ ਦੇ, ਅਤੇ ਅਜੇ ਤੱਕ ਕੋਈ ਵੀ ਸਰਕਾਰ ਸਾਨੂੰ ਇਨਸਾਫ ਨਹੀਂ ਦੇ ਰਹੀ। ਇਸ ਕਰਕੇ ਅਸੀਂ ਸ਼ੁਰੂ ਫਿਰ 1 ਮਹੀਨੇ ਤੋਂ ਕਰਤਾ ਹੈ। ਅੱਜ ਕੋਈ 36 ਦਿਨ ਹੋ ਗਏ ਹੈ ਜਿਹੜਾ ਅਸੀਂ ਰੋਜ਼ ਉੱਥੇ ਪੰਜ ਸਿੰਘ ਗ੍ਰਿਫਤਾਰੀ ਦੇ ਰਹੇ ਹੈ, ਦੁਨੀਆ ਨੂੰ ਦਿਖਾਉਣ ਨੂੰ ਕਿ ਸਾਡੇ ਸਿੱਖਾਂ ਦੇ ਲਈ ਧਾਰਮਿਕ ਆਜ਼ਾਦੀ ਹੈ ਨਹੀਂ, ਅਤੇ ਅਸੀਂ ਬਿਲਕੁਲ ਹਿੰਦੂਤਵਾ RSS ਦੇ ਥੱਲੇ ਲੱਗ ਕੇ ਆਪਣੀ ਧਾਰਮਿਕ ਆਜ਼ਾਦੀ ਨੂੰ ਖਤਮ ਆਪ ਵੀ ਕੀਤਾ, ਕਿਉਂ ਕਰਕੇ ਕੋਈ ਵੀ ਨਹੀਂ ਬੋਲ ਰਿਹਾ ਇਸ ਮੁੱਦੇ ਦੇ ਉੱਤੇ। ਸਾਰੇ ਨੇ ਚੁੱਪ ਕਰਕੇ ਬੈਠੇ ਹੈ, ਆਪਣੀਆਂ ਟਕਸਾਲਾਂ ਹੈਗੀਆਂ, ਆਪਣੇ ਬਾਬੇ ਹੈ ਜਿਨ੍ਹਾਂ ਦੇ ਬਹੁਤ ਵੱਡੇ ਡੇਰੇ ਹੈ, ਬੜੇ ਬੜੇ ਵੱਡੇ ਪੋਲੀਟੀਸ਼ੀਅਨਸ ਨੇ। ਕਿਸੇ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ ਕਿ ਸਾਡੇ ਲਈ ਰਿਲੀਜੀਅਸ ਫਰੀडम ਖਤਮ ਹੋ ਗਈ ਹੈ, ਜਦ ਕਿ ਕੌਨਸਟੀਟਿਊਸ਼ਨ ਕਹਿੰਦੀ ਹੈ ਸੈਕੂਲਰ ਮੁਲਕ ਹੈ। ਜੇ ਸੈਕੂਲਰ ਮੁਲਕ ਹੈ ਅਤੇ ਬਬਰੀ ਮਸਜਿਦ ਨੂੰ ਕੱਟੜਵਾਦੀ ਹਿੰਦੂਆਂ ਨੇ 1992 ਦੇ ਵਿੱਚ ਮਿੱਟੀ 'ਚ ਮਿਲਾਤਾ। ਫਿਰ ਪਿਛਲੇ ਤੋਂ ਪਿਛਲੇ ਸਾਲ ਮੋਦੀ ਸਾਹਿਬ ਨੇ, RSS ਨੇ, ਜਿਹੜੇ ਹਾਈ ਕੋਰਟ ਦੇ ਚੀਫ ਜਸਟਿਸ ਸੀਗੇ ਗੋਗੋਈ ਸਾਹਿਬ, ਉਹਨਾਂ ਨੂੰ ਲਾਲਚ ਦੇ ਕੇ ਫੈਸਲਾ ਆਪਣੇ ਹੱਕ ਦੇ ਵਿੱਚ ਕਰਵਾ ਲਿਆ ਸੁਪਰੀਮ ਕੋਰਟ ਤੋਂ ਕਿ ਬਬਰੀ ਮਸਜਿਦ ਦੇ ਥੱਲੇ ਹਿੰਦੂਆਂ ਦਾ ਮੰਦਰ ਸੀਗਾ, ਇਸ ਕਰਕੇ ਇਹ ਮਸਜਿਦ ਨਹੀਂ ਹੈ, ਇਹ ਮੰਦਰ ਹੈ। ਜਦ ਕਿ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਸਾਫ਼ ਕਹਿਤਾ ਹੈ ਕਿ ਅਸੀਂ ਥੱਲੇ ਖੋਦ ਕੀਤੀ ਹੈ, ਸਾਨੂੰ ਕੋਈ ਉਹਦੇ ਵਿੱਚ ਮੰਦਰ ਨਹੀਂ ਲੱਭਿਆ ਹੈਗਾ। ਹੁਣ ਤੁਸੀਂ ਦੱਸੋ ਕਿ ਜੇ ਹਿੰਦੂ ਦਾ ਰਾਜ ਹੈ, ਉਹਦੇ ਲਈ ਰਿਲੀਜੀਅਸ ਫਰੀडम, ਧਾਰਮਿਕ ਆਜ਼ਾਦੀ ਹੈਗੀ ਹੈ, ਪਰ ਸਾਡੇ ਸਿੱਖਾਂ ਦੇ ਲਈ, ਮੁਸਲਮਾਨਾਂ ਦੇ ਲਈ, ਈਸਾਈਆਂ ਦੇ ਲਈ, ਜਿਨ੍ਹਾਂ ਦੀਆਂ ਨੰਸ ਨੂੰ ਜਬਰ ਜਨਾਹ ਕੀਤਾ ਗਿਆ ਹੈ, BJP RSS ਵਾਲਿਆਂ ਨੇ ਉਹਨਾਂ ਦਾ ਗਿਰਜਾ ਘਰ ਢਾਹਤੇ ਹੈ, ਉਹਨਾਂ ਦੇ ਜਿਹੜੇ ਪ੍ਰੀਸਟ ਸੀਗੇ ਭਾਈ, ਉਹਨਾਂ ਨੂੰ ਇਹ ਮਾਰ ਦਿੱਤਾ ਗਿਆ ਹੈ। ਤਾਂ ਮੈਂ ਸਮਝਦਾ ਕਿ ਇੱਥੇ ਰਿਲੀਜੀਅਸ ਫਰੀडम ਬਿਲਕੁਲ ਹੈ ਨਹੀਂ ਗੀ। ਮਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਪਹਿਲਾਂ, ਅਤੇ ਹੁਣ ਕਾਂਗਰਸ ਦੀ ਸਰਕਾਰ ਹੈ। ਬੇਅਦਬੀ ਮਾਮਲਿਆਂ 'ਚ ਇਨਸਾਫ ਤੁਸੀਂ ਕਿਹਾ ਵੀ ਨਹੀਂ ਮਿਲ ਰਿਹਾ, ਅਤੇ ਇਸ ਕਰਕੇ ਜਿਹੜਾ ਸੰਘਰਸ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੁਬਾਰਾ ਸ਼ੁਰੂ ਕੀਤਾ ਗਿਆ ਹੈ। ਜੇਕਰ ਤੁਹਾਨੂੰ ਹੁਣ ਵੀ ਇਨਸਾਫ ਵਿੱਚ ਦੇਰੀ ਮਿਲਦੀ ਹੈ ਤਾਂ ਤੁਹਾਡਾ ਅਗਲਾ ਐਕਸ਼ਨ ਕੀ ਹੋਵੇਗਾ? ਫਿਲਹਾਲ ਤਾਂ ਜੀ ਅਸੀਂ ਇਹ ਧਰਨਾ ਲਈ ਬੈਠਾਂਗੇ ਔਰ ਦੇਖਾਂਗੇ ਕਿ ਅੱਗੇ ਆਪਾਂ ਨੂੰ ਕੀ ਓਪਰਚੁਨਿਟੀ ਹੈਗੀ ਹੈ।
ਅਸੀਂ ਜਿਹੜਾ ਕਮਿਸ਼ਨ ਅਮਰੀਕਾ ਦਾ ਰਿਲੀਜੀਅਸ ਫਰੀडम ਨੂੰ ਉਹਨੂੰ ਵੀ ਲਿਖਾਂਗੇ ਅਤੇ ਸਾਡੇ ਜਿਹੜੇ ਉੱਥੇ ਨੁਮਾਇੰਦੇ ਹੈਗੇ ਆ ਇਸ ਕੇਸ ਨੂੰ ਉੱਥੇ ਲੈ ਕੇ ਜਾਣਗੇ। ਫਿਲਹਾਲ ਅਸੀਂ ਅਮਨ ਪਸੰਦ ਤਰੀਕੇ ਦੇ ਨਾਲ ਉੱਥੇ ਬੈਠੇ ਹਾਂ ਅਤੇ ਦੇਖ ਰਹੇ ਹਾਂ ਕਿ ਇਹ ਚੀਜ਼ ਕਦੋਂ ਹੱਲ ਹੋਊਗੀ, ਕਦੋਂ SGPC ਮਹਾਰਾਜ ਦੇ ਹੱਕ ਦੇ ਵਿੱਚ ਬੋਲੂਗਾ, ਕਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਇੱਥੇ ਆਉਣਗੇ ਅਤੇ ਕਹਿਣਗੇ ਕਿ ਸਾਨੂੰ ਇਨਸਾਫ ਚਾਹੀਦਾ। ਅਜੇ ਕੋਈ ਵੀ ਆਪਣੇ ਜਿੰਨੇ ਵੀ ਤਖਤ ਨੇ ਕੋਈ ਇੱਥੇ ਆ ਕੇ ਗੁਰੂ ਸਾਹਿਬ ਦੀ ਅਜ਼ਮਤ ਦੇ ਲਈ ਇੱਥੇ ਉਹਨਾਂ ਨੇ ਹਾਜ਼ਰੀ ਨਹੀਂ ਭਰੀ। ਓਏ ਗਰਦਾਰਿਆ ਆ ਕੀ ਨੀਲੀ ਪੱਗ ਕੇਸਰੀ ਝੰਡਾ। ਓਏ ਤੂੰ ਤੇ ਕਹਿੰਦਾ ਸੀ ਦਿੱਲੀ ਵਾਲਾ ਪੰਜਾ ਹੀ ਚੰਗਾ। ਨਾ ਕਹਿੰਦਾ ਤਾਂ ਤੂੰ ਵੀ ਸੀ ਕਿ ਦਿੱਲੀ ਵਾਲੀ ਝਾੜੂ ਚੰਗੀ। ਦੇਖ ਲਈ ਨਾ ਅਸਲੀਅਤ ਹੋ ਗਈ ਨਾ ਖੇਰੂ ਖੇਰੂ। ਮੈਂ ਤੇ ਆਪਣੀ ਗਲਤੀ ਸੁਧਾਰਨ ਲੱਗਾ। ਸਭ ਝੂਠੇ ਲਾਰੇ ਸੀ। ਕਿੱਥੇ ਗਏ ਸਮਾਰਟਫੋਨ ਤੇ ਨੌਕਰੀ ਦੀ ਉਮੀਦ। ਮੇਰੀ ਭੈਣ ਸਰਕਾਰੀ ਟੀਚਰ ਸੀ, ਨੌਕਰੀ ਵੀ ਗਈ ਤੇ ਉਮੀਦ ਵੀ। ਆਪਣੇ ਤਾਂ ਆਪਣੇ ਹੀ ਹੁੰਦੇ ਨੇ, ਘੱਟੋ ਘੱਟ ਸਾਡੇ ਬਾਰੇ ਸੋਚਦੇ ਤੇ ਨੇ। ਮੈਰੀਟੋਰੀਅਸ ਸਕੂਲ, ਵਜ਼ੀਫੇ, ਆ ਕੁੜੀਆਂ ਲਈ ਸਾਈਕਲ, ਇਹ ਸੜਕਾਂ, ਬਿਜਲੀ ਸਰਪਲਸ, ਸੁਵਿਧਾ ਸੈਂਟਰ, 에ਅਰਪੋਰਟ ਤੇ ਇਨਵੈਸਟਮੈਂਟ, ਇਹ ਸਭ ਕੁਝ ਆਪਣੇ ਹੀ ਕਰ ਸਕਦੇ ਨੇ। ਬਿਲਕੁਲ ਸਹੀ ਹੈ। ਆਪਣੇ ਸੁਪਨੇ, ਆਪਣੀ ਤਰੱਕੀ, ਆਪਣੇ ਬੰਦੇ, ਆਪਣੇ ਲੋਕ, ਸਮਝੇ। ਮਾਨ ਸਾਹਿਬ, ਵਿਧਾਨ ਸਭਾ ਚੋਣਾਂ ਆ ਰਹੀਆਂ ਹਨ 2022 ਦੀਆਂ। ਪਹਿਲਾਂ ਵੀ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਵਾਰੋ-ਵਾਰੀ ਰਹੀਆਂ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੀ ਸਟੈਂਡ ਰਹੇਗਾ ਸਿਆਸਤ 'ਚ, ਜੋ ਕਿ ਅੱਜ ਕੱਲ੍ਹ ਭ੍ਰਿਸ਼ਟਾਚਾਰ ਵੱਧ ਰਿਹਾ ਹੈ, ਪੰਜਾਬ 'ਚ ਬੁਰਾਈਆਂ ਵੱਧ ਰਹੀਆਂ, ਪੰਜਾਬ ਦੇ ਮੁੰਡੇ ਕੈਨੇਡਾ ਨੂੰ ਜਾ ਰਹੇ ਹੈ, ਬੇਰੁਜ਼ਗਾਰੀ ਹੈ, ਬੜੇ ਮਸਲੇ ਹੈ, ਪੰਜਾਬ ਗੰਭੀਰ ਮਸਲਿਆਂ ਨਾਲ ਜੂਝ ਰਿਹਾ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਰਹੇਗਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ? ਢਿੱਲੋਂ ਸਾਹਿਬ, ਸਾਡੀ ਪਾਰਟੀ ਛੋਟੀ ਹੈ, ਪਰ ਦੂਜੀਆਂ ਜਿਹੜੀਆਂ ਪਾਰਟੀਆਂ ਅੱਜ ਮੈਦਾਨ ਦੇ ਵਿੱਚ ਆ ਗਈਆਂ ਉਹਨਾਂ ਦੇ ਕੋਲ ਕੋਈ ਏਜੰਡਾ ਹੈ ਨਹੀਂ ਗਾ। ਖੇਤੀਬਾੜੀ ਸਾਡਾ ਲੋਕਾਂ ਦਾ ਮੇਨ ਕਿੱਤਾ ਹੈਗਾ, ਔਰ ਖੇਤ ਮਜ਼ਦੂਰ ਅਤੇ ਕਿਸਾਨ 7 ਮਹੀਨਿਆਂ ਤੋਂ ਦਿੱਲੀ ਬੈਠੇ ਹੈ, ਉਹਨਾਂ ਨੂੰ ਇਨਸਾਫ ਹੀ ਨਹੀਂ ਮਿਲ ਰਿਹਾ ਅਤੇ 500 ਕਿਸਾਨ ਅਤੇ ਕਿਸਾਨ ਮਜ਼ਦੂਰ ਆਪਣੀ ਜਾਨ ਗਵਾ ਬੈਠੇ ਹੈ। ਪਰ ਅਜੇ ਤੱਕ BJP RSS ਨੂੰ ਇਸ ਦੇ ਬਾਰੇ ਕੋਈ ਫਿਕਰ ਨਹੀਂ ਹੈ। ਸਾਡੀ ਪਾਰਟੀ ਕਹਿੰਦੀ ਹੈ ਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਕਹਿੰਦੀ ਹੈ ਕਿ ਬਾਰਡਰ ਖੁੱਲ੍ਹ ਜਾਣੇ ਚਾਹੀਦੇ ਹੈ। ਅਸੀਂ ਜੇ ਜਿੱਤਾਂਗੇ, ਅਸੀਂ ਵਾਘੇ ਦਾ, ਹਸੈਣੀ ਵਾਲੇ ਦਾ ਤੁਹਾਡੇ ਲਈ ਬਾਰਡਰ ਖੁੱਲ੍ਹਾਵਾਂਗੇ, ਜਿੱਥੇ ਸਾਡੀਆਂ ਜਿਨਸਾਂ ਅਤੇ ਜਿਹੜੇ ਅਸੀਂ ਸਾਡੇ ਖੇਤੀਬਾੜੀ ਦਾ ਕੰਮ ਹੈ ਉਹ ਬਾਹਰ ਨੂੰ ਜਾਵੇ। ਇੱਥੇ ਐ ਨਹੀਂ ਹੈ ਕਿ ਸਿੱਖਾਂ ਦਾ ਭਲਾ ਹੋਊਗਾ। ਜਿਹੜੇ ਸਾਡੇ ਹਿੰਦੂ ਬਾਣੀਏ ਲਾਲੇ ਹੈ ਉਹਨਾਂ ਦਾ ਵੀ ਵਪਾਰ ਬਹੁਤ ਜ਼ਿਆਦਾ ਵੱਧ ਜਾਣਾ ਹੈ। ਫਰਜ਼ ਕਰੋ ਪਿਛਲੇ ਸਾਲ ਆਪਣੀ ਬਾਸਪਤੀ ਦਾ ਮੁੱਲ 2000 ਰੁਪਏ ਕੁਇੰਟਲ ਸੀਗਾ ਅਤੇ ਉਸੇ ਸਮੇਂ ਇਰਾਨ ਦੇ ਵਿੱਚ 6 ਤੋਂ 7,000 ਰੁਪਇਆ ਕੁਇੰਟਲ ਬਾਸਮਤੀ ਦਾ ਮੁੱਲ ਸੀਗਾ। ਹੁਣ ਸਾਡੇ 46 ਲੱਖ ਨੌਜਵਾਨ ਬੇਰੁਜ਼ਗਾਰ ਹੈ। ਸਾਡੇ ਸਿੱਖਾਂ ਦੇ, ਪੰਜਾਬੀਆਂ ਦੇ 2 ਕਿੱਤੇ ਹੈਗੇ ਆ, ਇੱਕ ਤਾਂ ਹੈਗਾ ਜ਼ਿਮੀਂਦਾਰੀ, ਦੂਜਾ ਹੈਗਾ ਟਰਾਂਸਪੋਰਟ। ਅਸੀਂ ਚਾਹਾਂਗੇ ਕਿ ਟਰਾਂਸਪੋਰਟ ਖੁੱਲ੍ਹੇ ਅਤੇ ਸਾਡੀ ਜਿਹੜੀ ਜਿਨਸ ਹੈ ਉਹ ਪਾਕਿਸਤਾਨ ਤੋਂ ਅਗਲੇ ਸੂਬਿਆਂ 'ਚ ਜਾਏ। ਅੱਜ ਚੀਨ ਦੇ ਵਿੱਚ ਵੀ ਕਣਕ ਦੀ ਘਾਟ ਹੈਗੀ ਹੈ, ਪਾਕਿਸਤਾਨ ਦੇ ਵਿੱਚ ਵੀ ਹੈ, ਅਤੇ ਇਹ ਸਾਨੂੰ ਠੀਕ ਨਹੀਂ ਲੱਗਦਾ ਕਿ ਨਾਲ ਜਿੱਥੇ ਵੱਟ ਦੇ ਨਾਲ ਵੱਟ ਸਾਡੀ ਲੱਗੀ ਹੋਵੇ, ਉਹ ਸਾਡਾ ਪੰਜਾਬ ਰੂਸ ਤੋਂ ਕਣਕ ਮੰਗਾਈ ਜੇ ਅਤੇ ਇੱਥੇ ਆਪਾਂ ਜੇ ਆਪਣੇ ਖੇਤ 'ਚ ਖੜ੍ਹ ਜਾਈਏ ਅਤੇ ਆਪਣੀ ਬੋਰੀ ਅਗਲਾ ਪਾਕਿਸਤਾਨੀ ਫੜ ਸਕਦਾ ਹੈ। ਸੋ ਸਾਡੀ ਇਹ ਹੈ
ਕਿ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ WTO ਦੇ ਮੁਤਾਬਕ ਅਸੀਂ ਬਾਰਡਰ ਖੋਲ੍ਹ ਦੇਣਾ ਚਾਹੁੰਦੇ ਹਾਂ, ਜਿਹਦੇ ਨਾਲ ਸਾਡੇ ਕਸ਼ਮੀਰ ਦਾ ਵੀ ਫਾਇਦਾ ਹੋਊਗਾ, ਹਿਮਾਚਲ ਦਾ ਵੀ ਫਾਇਦਾ ਹੋਊਗਾ, ਹਰਿਆਣੇ ਦਾ ਵੀ ਹੋਊਗਾ ਅਤੇ ਪੰਜਾਬ ਦਾ ਵੀ ਹੋਊਗਾ। ਇਹ ਅਸੀਂ ਚਾਹੁੰਦੇ ਹਾਂ ਕਿ ਇੱਧਰਲੇ ਪਾਸੇ ਚੱਲੀਏ। ਫਿਰ ਵਿੱਦਿਆ ਦਾ, ਪੜ੍ਹਾਈ ਲਿਖਾਈ ਦਾ ਮੈਦਾਨ ਬਹੁਤ ਉੱਚਾ ਅਸੀਂ ਕਰਨਾ। ਦੂਸਰਾ ਦਵਾਈ ਬੂਟੀ ਦਾ, ਹੈਲਥ ਦਾ, ਇਹ 2 ਚੀਜ਼ਾਂ ਜਿਹੜੀਆਂ ਅਸੀਂ ਕਰਨੀਆਂ। ਅਤੇ ਆਪਣੇ ਨੌਜਵਾਨਾਂ ਨੂੰ ਇਹੋ ਜਿਹੀਆਂ ਅਕੈਡਮੀਆਂ ਦੇ ਵਿੱਚ ਪੜ੍ਹਾਉਣਾ ਹੈ ਜਿਹੜਾ ਸਿੱਧਾ ਇਹ ਫੌਜ ਅਤੇ ਪੈਰਾਮਿਲਟਰੀ ਫੋਰਸਿਸ ਦੇ ਵਿੱਚ ਜਾਣ ਔਰ ਆਪਣੀ ਕਮਾਈ ਕਰਨ। ਅਤੇ ਆਹ ਜਿਹੜੀ ਤੁਸੀਂ ਸੁਣਦੇ ਹੋ ਗੱਲ, ਸਾਨੂੰ ਕਦੇ ਕਹਿ ਦਿੰਦੇ ਆ ਟੈਰਰਿਸਟ, ਹੁਣ ਕਹਿ ਦਿੰਦੇ ਆ ਕਿ ਇਹ ਹੈਗੇ ਆ ਗੈਂਗਸਟਰਸ। ਅੱਜ ਹੀ ਮਿੱਡੂ ਖੇੜੇ ਦਾ ਇੱਕ ਨੌਜਵਾਨ ਆਦਮੀ ਮਾਰਿਆ ਗਿਆ। ਇਹ ਸ਼ੁਰੂ ਬਾਦਲ ਸਾਹਿਬ ਦੇ 10 ਸਾਲਾਂ ਦੇ ਰਾਜ ਦੇ ਵਿੱਚ ਹੋਇਆ, ਜਦੋਂ ਸਮਗਲਿੰਗ ਬਹੁਤ ਜ਼ਿਆਦਾ ਹੋਈ ਹੈ ਅਤੇ ਉਹਦਾ ਕੰਟਰੋਲ ਨਹੀਂ ਰਿਹਾ। ਚਿੱਟਾ ਵੀ ਇਹਨਾਂ ਦੀਆਂ ਬੱਸਾਂ 'ਚ ਜਾਂਦਾ ਸੀਗਾ ਅਤੇ ਇਹਨਾਂ ਨੇ ਜਿੰਨੇ ਵੀ ਨੌਜਵਾਨ ਇਹਨਾਂ ਨੇ ਪਾਲੇ ਆ ਆਪਣੀ ਅਕਾਲੀ ਦਲ ਯੂਥ ਦੇ ਵਿੱਚ, ਉਹ ਸਾਰੇ ਇਹੋ ਜਿਹਾ ਕੰਮ ਕਰਦੇ ਰਹੇ ਹੈ। ਅਤੇ ਹੁਣ ਜਦੋਂ ਉਹ ਕੰਮ ਨਹੀਂ ਹੋ ਰਿਹਾ, ਇਹ ਫਟ ਕੇ ਇੱਕ ਦੂਜੇ ਦੇ ਖਿਲਾਫ ਹੋ ਗਏ ਹੈ ਅਤੇ ਗੋਲੀ ਮਾਰ ਰਹੇ ਹੈ। ਇਹ ਸਨ ਸਰਦਾਰ ਸਿਮਰਨਜੀਤ ਸਿੰਘ ਮਾਨ, ਜਿਨ੍ਹਾਂ ਨੇ ਅਜੀਤ ਵੈਬ TV ਨਾਲ ਵੱਖ-ਵੱਖ ਵਿਚਾਰ ਸਾਂਝੇ ਕੀਤੇ। ਹੁਣ ਤੁਸੀਂ ਰਣਜੀਤ ਸਿੰਘ ਢਿੱਲੋਂ ਦੇ ਨਾਲ ਕੈਮਰਾਮੈਨ ਬਲਕਰਨ ਸਿੰਘ ਖਾਰਨ ਦਿਓ ਆਗਿਆ। ਸਤਿ ਸ੍ਰੀ ਅਕਾਲ।